ਤੁਸੀਂ ਵੇਖ ਰਹੇ ਹੋ ਪੰਜਾਬਨਾਮਾ। मैं हरकिरत सिंह बल, मेरे नाल स्टूडियो ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਸਤਿਕਾਰਯੋਗ ਪੱਤਰਕਾਰ ਬਲਵਿੰਦਰ ਸਿੰਘ ਜੰਮੂ ਜੀ। ਜੰਮੂ ਜੀ ਸਵਾਗਤ ਹੈ ਜੀ, ਬਹੁਤ ਬਹੁਤ ਜੀ ਆਇਆਂ ਨੂੰ। ਅਸੀਂ ਪੰਜਾਬਨਾਮਾ ਸ਼ੋਅ ਦੇ ਵਿੱਚ ਅੱਜ ਜਿਹੜੇ ਮਸਲਿਆਂ ਦੇ ਉੱਪਰ ਗੱਲ ਕਰਨ ਜਾ ਰਹੇ ਹਾਂ ਉਹਨਾਂ ਮਸਲਿਆਂ ਦੇ ਉੱਪਰ ਜੰਮੂ ਜੀ ਦੀ ਰਾਏ ਲਵਾਂਗੇ। ਜੰਮੂ ਜੀ, ਜਿਵੇਂ ਅਸੀਂ ਵੇਖਿਆ ਕਿ ਪੰਜਾਬ ਵਿਧਾਨ ਸਭਾ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਤੀਜਾ ਸੈਸ਼ਨ ਹੈ, ਰੌਲਾ ਰੱਪਾ ਬਹੁਤ ਪਿਆ। ਵਿੱਚ ਹੀ ਬਿੱਲ ਜਿਹੜੇ ਸੋਧ ਗਏ, ਜਿਹੜੀ ਸੋਧ ਹੋਈ ਆ, ਕੁਝ ਬਿੱਲ ਪਾਸ ਵੀ ਕਰ ਲਏ ਗਏ, ਕੁਝ ਗਰਮਾ ਗਰਮੀ ਜਿਹੜੀ ਵੇਖਣ ਨੂੰ ਵੀ ਮਿਲੀ ਹੈ। ਕਈ ਲੋਕਾਂ ਲਈ ਇਹ ਮਸਲਾ ਬੜਾ ਵਿਧਾਨ ਸਭਾ ਦਾ ਦਿਲਚਸਪ ਰਿਹਾ, ਪਰ ਪੰਜਾਬ ਦੇ ਲਈ ਜਿਹੜੇ ਮਸਲੇ ਆ ਜਿਹੜੇ ਹੱਲ ਹੋਣ ਨੂੰ ਪਏ ਆ, ਪੰਜਾਬ ਦੇ ਲਈ ਇਹ ਤਰਾਸਦੀ ਦਾ ਦਿਨ ਜਿਹੜਾ ਕਿਹਾ ਜਾ ਸਕਦਾ ਹੈ। ਕਿਵੇਂ ਵੇਖਦੇ ਹੋ ਅੱਜ ਪੰਜਾਬ ਵਿਧਾਨ ਸਭਾ ਦਾ ਜਿਹੜਾ ਤੀਸਰਾ ਦਿਨ ਸੀ? ਦੇਖੋ, ਪੰਜਾਬ ਵਿਧਾਨ ਸਭਾ ਦੇ ਅੱਜ ਜਦੋਂ ਸੈਸ਼ਨ ਸ਼ੁਰੂ ਹੋਇਆ ਉਹਦਾ ਜਿਹੜਾ ਪ੍ਰਸ਼ਨ ਕਾਲ ਸੀਗਾ ਉਹ ਠੀਕ ਠਾਕ ਚੱਲਿਆ। ਉਹ ਤੋਂ ਬਾਅਦ ਧਿਆਨ ਦਿਵਾਓ ਮਤਿਆਂ ਦਾ ਮਾਮਲਾ ਵੀ ਜਿਹੜਾ ਉਹ ਠੀਕ ਚੱਲਿਆ। ਜਦੋਂ ਹੀ ਉਹ ਖਤਮ ਹੋਇਆ ਉਦੋਂ ਹੀ ਕਾਂਗਰਸ ਪਾਰਟੀ ਦੇ ਜਿਹੜੇ 18 ਵਿਧਾਇਕ ਨੇ ਉਹ ਖੜੇ ਹੋ ਗਏ ਤੇ ਉਹਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਨਾਅਰੇਬਾਜ਼ੀ ਸ਼ੁਰੂ ਕਰਦਿਆਂ ਉਹਨਾਂ ਮੰਗ ਕੀਤੀ ਕਿ ਜਿਹੜੇ ਕੈਬਨਿਟ ਮੰਤਰੀ ਨੇ ਫੌਜਾ ਸਿੰਘ ਸਰਾਰੀ, ਇਹਨਾਂ ਨੂੰ ਬਰਤਰਫ ਕਰੋ, ਇਹਨਾਂ ਨੂੰ ਸੈਸ਼ਨ ਚੋਂ ਬਾਹਰ ਕੱਢੋ, ਇਹਨਾਂ ਨੂੰ ਗ੍ਰਿਫਤਾਰ ਕਰੋ। ਇਹਨੂੰ ਲੈ ਕੇ ਉਹ ਨਾਅਰੇਬਾਜ਼ੀ ਕਰਤੀ ਤੇ ਉਹ ਨਾਅਰੇਬਾਜ਼ੀ ਉਦੋਂ ਤੱਕ ਚੱਲਦੀ ਰਹੀ ਜਦੋਂ ਤੱਕ ਸੈਸ਼ਨ ਖਤਮ ਨਹੀਂ ਹੋ ਗਿਆ। ਤੇ ਕਾਂਗਰਸ ਦੇ ਸਪੀਕਰ ਜਿਹੜੇ ਵਿਧਾਨ ਸਭਾ ਦੇ ਕੁਲਤਾਰ ਸਿੰਘ ਸਦਮਾ ਤੇ ਕਾਂਗਰਸ ਦੇ ਮੰਤਰੀ ਆ, ਖਾਸ ਕਰਕੇ ਚੀਮਾ, ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ, ਉਹਨਾਂ ਦੋਨਾਂ ਨੇ ਵਾਰ-ਵਾਰ ਯਤਨ ਕੀਤੇ ਵੀ ਕਾਂਗਰਸ ਮੰਤਰੀ ਜਿਹੜੇ ਕਾਂਗਰਸ ਦੇ ਜਿਹੜੇ ਵਿਧਾਇਕ ਆ ਉਹ ਬਹਿਸ ਲਈ ਆਉਣ, ਜਿਹੜੇ ਮਤੇ ਪਾਸ ਹੋ ਰਹੇ ਆ ਜਾਂ ਕੋਈ ਸਵਾਲ ਹੀ ਪੁੱਛਣ, ਕੁਝ ਨਾ ਕੁਝ ਕਰਨ, ਉਹ ਰੌਲਾ ਰੱਪਾ ਛੱਡ ਕੇ ਜਿਹੜਾ ਉਹ ਬਹਿਸ ਕਰਨ। ਉਹਨਾਂ ਵਾਰ-ਵਾਰ ਕਿਹਾ ਵੀ 80 ਲੱਖ ਤੋਂ ਵੱਧ ਰੁਪਈਆ ਖਰਚ ਹੁੰਦਾ ਹੈ, ਪੰਜਾਬ ਦੇ ਲੋਕਾਂ ਦਾ ਕੀਮਤੀ ਪੈਸਾ ਇਹ ਅਜਾਈ ਨਾ ਜਾਵੇ, ਤੁਸੀਂ ਇਹ ਜਿਹੜਾ ਬਹਿਸ ਦੇ ਵਿੱਚ ਹਿੱਸਾ ਲਓ। ਦੂਜੇ ਪਾਸੇ ਨਾਲ ਹੀ ਉਹਨਾਂ ਕਿਹਾ ਵੀ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ ਉਹਨਾਂ ਨੇ ਸਰਾਰੀ ਦੇ ਮਾਮਲੇ ਤੇ ਜਾਂਚ ਕਰਨ ਲਈ ਕਮੇਟੀ ਬਣਾਈ ਆ, ਉਹ ਜਦੋਂ ਰਿਪੋਰਟ ਆ ਜਾਏਗੀ ਉਦੋਂ ਅਸੀਂ ਉਹਦੇ ਸਬੰਧ ਜੋ ਵੀ ਹੋਏਗਾ ਕਰ ਵੀ ਕਰਾਂਗੇ। ਪਰ ਕਾਂਗਰਸੀ ਵਿਧਾਇਕ ਜਿਹੜੇ ਆ ਉਹ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਦੇ ਵਿੱਚ ਟਸ ਤੋਂ ਮਸ ਨਹੀਂ ਹੋਏ। ਤੇ ਜਿਵੇਂ ਕੱਲ ਉਹਨਾਂ ਨੇ ਕਾਫੀ ਲੰਮਾ ਸਮਾਂ ਨਾਅਰੇਬਾਜ਼ੀ ਕੀਤੀ ਸੀ, ਅੱਜ ਵੀ ਉਹਨਾਂ ਨੇ ਜਿਹੜਾ ਪ੍ਰਸ਼ਨ ਕਾਲ ਤੇ ਥੋੜਾ ਜਿਹਾ ਹੋਰ ਸਮਾਂ ਸੀਗਾ, ਉਹ ਤੋਂ ਬਾਅਦ ਜਿਹੜੀ ਆ ਉਹ ਲਗਾਤਾਰ ਨਾਅਰੇਬਾਜ਼ੀ ਕੀਤੀ। ਸਪੀਕਰ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਦੇਸ਼ ਧਰੋਹ ਦਾ ਕੰਮ ਕਰ ਰਹੇ ਹੋ, ਇਹ ਗਲਤ ਕੰਮ ਹੈਗਾ, ਜਿਹੜਾ ਇਹਨੂੰ ਬੰਦ ਕਰੋ। ਤੁਹਾਨੂੰ ਲੋਕਾਂ ਨੇ ਚੁਣ ਕੇ ਉਹਨਾਂ ਦੇ ਮਸਲੇ ਹੱਲ ਕਰਾਉਣ ਲਈ ਇੱਥੇ ਸੈਸ਼ਨ ਦੇ ਵਿੱਚ ਭੇਜਿਆ ਤੇ ਸੈਸ਼ਨ ਦਾ ਸਮਾਂ ਵੀ ਅਸੀਂ ਇਸ ਗੱਲ ਲਈ ਵਧਾਇਆ ਜਿਹੜੀ ਤੁਸੀਂ ਮੰਗ ਕਰਦੇ ਰਹੇ ਹਾਂ, ਤਾਂ ਕਿ ਲੋਕਾਂ ਦੇ ਮਸਲੇ, ਲੋਕ ਹਿੱਤ ਦੇ ਮਸਲੇ, ਉਹਨਾਂ ਤੇ ਵਿਚਾਰ ਵਧਾਉਣ। ਕਿਹਾ ਜਾ ਰਿਹਾ ਕਿ ਕੁਲਤਾਰ ਸਿੰਘ ਸੰਧਵਾ ਇੱਕ ਜਿਹੜਾ ਪੁਲ ਦਾ ਸਪੀਕਰ ਦਾ ਕੰਮ ਹੁੰਦਾ, ਪੁਲ ਦਾ ਹੁੰਦਾ, ਉਹ ਨਹੀਂ ਕਰ ਪਾ ਰਹੇ, ਨਹੀਂ ਸਫਲ ਹੋ ਰਹੇ। ਨਹੀਂ, ਸੰਧਵਾ ਹੁਣੀ ਆਪਣੇ ਕੰਮ ਦੇ ਵਿੱਚ ਪੂਰੀ ਤਰ੍ਹਾਂ ਸਫਲ ਹਨ। ਅਸਫਲਤਾ ਤਾਂ ਖੈਰਾ ਜੀ ਵੀ ਜਿਹੜਾ ਨਹੀਂ, ਖੈਰਾ ਹੋਣੀ ਸਮਝਦੇ ਆ ਕਿ ਹਰ ਮੁੱਦੇ ਤੇ ਉਹ ਹੀ ਬੋਲਣ। ਮਤਲਬ ਜਿਹੜੇ ਸਪੀਕਰ ਆ ਸੰਧਵਾ ਉਹ ਇਸ ਗੱਲ ਨਾਲ ਸਹਿਮਤ ਨਹੀਂ। ਉਹ ਚਾਹੁੰਦੇ ਕਿ ਹਰ ਇੱਕ ਨੂੰ ਸਮਾਂ ਦਿੱਤਾ ਜਾਵੇ। ਬਹੁਤੇ ਵਿਧਾਇਕ ਜਿਹੜੇ ਪਹਿਲੀ ਵਾਰੀ ਆਏ ਤੇ ਉਹ ਚਾਹੁੰਦੇ ਕਿ ਵੱਧ ਤੋਂ ਵੱਧ ਪਾਰਟਿਸਪੇਸ਼ਨ ਹੋਵੇ ਇਸ ਮਾਮਲੇ ਦੇ ਉੱਪਰ, ਕਿਉਂਕਿ ਖੈਰਾ ਵਾਰ-ਵਾਰ ਖੜੇ ਹੁੰਦੇ ਆ ਤੇ ਈਵਨ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਵੀ ਸਪੀਕਰ ਨੂੰ ਅੱਜ ਇੱਕ ਬੇਨਤੀ ਕੀਤੀ ਵੀ ਮੈਂ ਤੁਹਾਨੂੰ ਰਿਕੁਐਸਟ ਕਰਦਾ ਖੈਰਾ ਨੂੰ ਸਮਾਂ ਦਿਓ। ਪਰ ਸਪੀਕਰ ਜਿਹੜੇ ਉਹਨਾਂ ਦਾ ਕਹਿਣਾ ਸੀਗਾ ਇੱਥੇ ਕੋਈ ਅਨੁਸ਼ਾਸਨ ਵੀ ਲਾਗੂ ਹੁੰਦਾ। ਖੈਰੇ ਦਾ ਇਹ ਥੋੜੀ ਬਣਦਾ ਵੀ ਹਰ ਮਾਮਲੇ ਤੇ ਬੋਲਣ। ਉਹਨਾਂ ਦੀ ਮੈਂ ਤੁਹਾਡੀ ਪਾਰਟੀ ਦੇ 18 ਵਿਧਾਇਕ ਨੇ, ਉਹਨਾਂ 'ਚੋਂ ਵਾਰੀ ਟਾਈਮ ਦਿੰਦਾ ਤੇ ਖੈਰਾ ਹੁਣ ਜਿਵੇਂ ਜਿਸ ਢੰਗ ਨਾਲ ਉਹ ਪੇਸ਼ ਆ ਰਹੇ ਨੇ, ਮਤਲਬ ਜਿਹੜਾ ਡੈਕੋਰਮ ਸਦਨ ਦਾ ਉਹ ਤੋੜਨਾ ਚਾਹੁੰਦੇ ਆ, ਅਸੀਂ ਉਹ ਨਹੀਂ ਤੋੜਨ ਦਿਆਂਗੇ। ਇੱਕ ਅਨੁਸ਼ਾਸਨ ਦੇ ਵਿੱਚ ਰਹਿ ਕੇ ਉਹ ਆਉਣ, ਅਸੀਂ ਉਹਨਾਂ ਨੂੰ ਬਕਾਇਦਾ ਟਾਈਮ ਦੇਵਾਂਗੇ। ਮਤਲਬ ਸਪੀਕਰ ਨੇ ਇਸ ਕਰਕੇ, ਕਿਉਂਕਿ ਵਾਰ-ਵਾਰ ਉਹ ਆਉਂਦੇ ਅੱਗੇ, ਇਸ ਕਰਕੇ ਉਹਨਾਂ ਨੂੰ ਟਾਈਮ ਨਹੀਂ ਦਿੱਤਾ। ਵੈਸੇ ਟੈਕਟੀਕਲੀ ਇਹ ਜ਼ਰੂਰ ਸੀਗਾ ਉਹਨਾਂ ਨੂੰ ਬੁਲਾ ਕੇ ਸ਼ਾਂਤ ਕੀਤਾ ਜਾ ਸਕਦਾ, ਪਰ ਸਪੀਕਰ ਆਪਣੀ ਗੱਲ ਤੇ ਅੜੇ ਰਹੇ ਵੀ ਨਹੀਂ, ਇਹ ਗਲਤ ਤਰੀਕਾ, ਇਹ ਗਲਤ ਢੰਗ ਨਾਲ ਪੇਸ਼ ਆਉਂਦੇ ਆ ਤੇ ਮਤਲਬ ਜਿਹੜੀਆਂ ਸਦਨ ਦੀਆਂ ਮਾਨ ਮਰਿਆਦਾ ਉਹਨੂੰ ਵੀ ਕਾਇਮ ਨਹੀਂ ਰੱਖਦੇ, ਜੋ ਇਹਨਾਂ ਦੇ ਆਉਂਦਾ ਮੂੰਹ 'ਚ ਉਹ ਬੋਲਦੇ ਆ। ਮਤਲਬ ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਕਹੀਆਂ। ਅਲਟੀਮੇਟਲੀ ਜਿਹੜੇ ਅੱਜ ਸੈਸ਼ਨ ਦੇ ਵਿੱਚ ਜਿਹੜਾ ਸੁਖਪਾਲ ਖਹਿਰਾ ਹੋਣਾ ਨੂੰ ਮੌਕਾ ਨਹੀਂ ਮਿਲ ਸਕਿਆ ਤੇ ਇਹ ਉਹ ਬਿਨਾਂ ਮੌਕਾ ਲਏ ਜਿਹੜਾ ਉਹ ਉਹਨਾਂ ਨੂੰ ਜਿਹੜੀ ਸਰਾਰੀ ਫੌਜਾ ਸਿੰਘ ਸਰਾਰੀ ਦੇ ਉੱਪਰ ਜਿਹੜੀ ਕਾਂਗਰਸ ਦੀ ਗਰਾਰੀ ਹੈ, ਇਹਨੂੰ ਕਿਵੇਂ ਵੇਖ ਰਹੇ ਹੋ? ਦੇਖੋ, ਕਾਂਗਰਸ ਉਹਨਾਂ ਨੇ ਵੀਡੀਓ ਜਿਹੜੀਆਂ ਟੇਪਾਂ ਆਈਆਂ ਨੇ ਉਹਦੇ ਦੇ ਆਧਾਰ ਤੇ ਉਹਨਾਂ ਕਿਹਾ ਵੀ ਫੌਜਾ ਸਿੰਘ ਸਰਾਰੀ ਕਿਸੇ ਤੋਂ ਕੋਈ ਜਿਹੜੇ ਪੈਸੇ ਦੀ ਗੱਲ ਕਰਦੇ ਆ ਤੇ ਉਹਨਾਂ ਕਿਹਾ ਵੀ ਇਸ ਮਾਮਲੇ ਤੇ ਜਿੰਨਾ ਚਿਰ ਤੁਸੀਂ ਕਾਰਵਾਈ ਨਹੀਂ ਕਰੋਗੇ ਉਹਨਾਂ ਚਿਰ ਅਸੀਂ ਆਪਣਾ ਜਿਹੜਾ ਸਾਨੂੰ ਰਾਈਟ ਹੈ ਉਹਦੇ ਤੇ ਅਸੀਂ ਇਹਨਾਂ ਦੇ ਖਿਲਾਫ ਜਿਹੜਾ
ਕਾਰਵਾਈ ਦੀ ਮੰਗ ਨੂੰ ਲੈ ਕੇ ਆਪਣਾ ਸ਼ੋਰ ਪ੍ਰੋਟੈਸਟ ਜਿਹੜਾ ਕਰਦੇ ਰਵਾਂਗੇ। ਜੀ। ਕੱਲ ਉਹ ਚੋਗੇ ਪਾ ਕੇ ਆਏ ਸੀ, ਅੱਜ ਇੰਨਾ ਹੀ ਫਰਕ ਸੀ ਵੀ ਚੋਗੇ ਨਹੀਂ ਪਾ ਕੇ ਆਏ। ਕੱਲ ਉਹਨਾਂ ਲਿਖਿਆ ਸੀ ਵੀ ਮੈਂ ਹਾਂ ਫੌਜਾ ਸਿੰਘ ਸਰਾਰੀ, ਮਤਲਬ ਮੈਂ ਕਿਸੇ ਤੋਂ ਨਹੀਂ ਡਰਦਾ, ਮੈਨੂੰ ਨਹੀਂ ਕੋਈ ਫੜ ਸਕਦਾ, ਇਹੋ ਜਿਹਾ ਸੀ। ਅੱਜ ਉਹਨਾਂ ਨੇ ਚੋਗਿਆਂ ਤੋਂ ਬਿਨਾਂ ਪ੍ਰੋਟੈਸਟ ਕੀਤਾ, ਪਰ ਉਹਨਾਂ ਨੇ ਲਗਾਤਾਰ ਪ੍ਰੋਟੈਸਟ ਕੀਤਾ, ਉਹ ਇਸ ਗੱਲ ਤੋਂ ਨਹੀਂ ਹਟੇ ਤੇ ਲਗਾਤਾਰ ਉਹਨਾਂ ਕਿਹਾ ਵੀ ਜਿੰਨਾ ਚਿਰ ਸੈਸ਼ਨ ਚੱਲੇਗਾ, ਜਿੰਨਾ ਚਿਰ ਤੁਸੀਂ ਇਹਦੇ ਖਿਲਾਫ ਕਾਰਵਾਈ ਨਹੀਂ ਕਰੋਗੇ, ਉਹਨਾਂ ਚਿਰ ਅਸੀਂ ਗੱਲ ਆਪਣੀ ਜਿਹੜੀ ਆ ਕਰਦੇ ਰਹਾਂਗੇ। ਦੂਜੇ ਪਾਸੇ ਜਿਹੜੇ ਜਦੋਂ 3 ਬਿੱਲ ਪੇਸ਼ ਹੋਏ ਵਿਧਾਨ ਸਭਾ ਦੇ ਵਿੱਚ, ਸਪੀਕਰ ਨੇ ਫੇਰ ਕਿਹਾ ਵੀ ਤੁਸੀਂ ਇਹਦੇ 'ਚ ਪਾਰਟਿਸਿਪੇਟ ਕਰੋ। ਜਿਹੜੇ ਹਰਪਾਲ ਚੀਮਾ ਸੀ ਉਹਨਾਂ ਵੀ ਯਤਨ ਕੀਤਾ, ਅਮਨ ਅਰੋੜਾ ਹੋਣਾ ਵੀ ਯਤਨ ਕੀਤਾ ਵੀ ਤੁਸੀਂ ਜਿਹੜੇ ਬਿੱਲ ਹੈ ਉਹਨਾਂ ਦੇ ਵਿੱਚ ਜੋ ਤੁਸੀਂ ਤੁਹਾਡਾ ਤਜਰਬਾ ਵੱਧ ਹੈ, ਤੁਸੀਂ ਇਹਨਾਂ ਨੂੰ ਅਮੀਰ ਬਣਾਉਣ ਦੇ ਵਿੱਚ, ਇਹਨਾਂ ਨੂੰ ਹੋਰ ਬਿਹਤਰ ਬਣਾਉਣ ਦੇ ਵਿੱਚ ਕਾਰਵਾਈ 'ਚ ਹਿੱਸਾ ਲਓ। ਤੁਸੀਂ ਕਿਵੇਂ ਵੇਖ ਰਹੇ ਹੋ ਵਿਰੋਧੀ ਧਿਰ ਦੀ ਜਿਹੜੀ ਕਾਰਵਾਈ? ਇਸ ਤਰ੍ਹਾਂ ਵਿਰੋਧੀ ਧਿਰ ਜਿਸ ਤਰ੍ਹਾਂ ਉਹਨੂੰ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਸੀ ਉਹ ਨਿਭਾ ਰਹੀ ਹੈ। ਵਿਰੋਧੀ ਧਿਰ ਦਾ ਜਿੱਥੋਂ ਤੱਕ ਵਿਰੋਧੀ ਧਿਰ ਦਾ ਮਸਲਾ, ਵਿਰੋਧੀ ਧਿਰ ਨੇ ਜਿੱਥੋਂ ਤੱਕ ਪ੍ਰਸ਼ਨ ਕਾਲ ਸੀਗਾ ਉਹਦੇ ਵਿੱਚ ਹੋ ਰਹੇ ਜਿਹੜੇ ਉਹਨੂੰ ਕਾਲ ਅਟੈਂਸ਼ਨ ਸੀਗੇ, ਧਿਆਨ ਦਿਵਾਓ ਮਤੇ ਸੀ, ਉੱਥੋਂ ਤੱਕ ਜਦੋਂ ਹੀ ਉਹ ਗੱਲਾਂ ਖਤਮ ਹੋਈਆਂ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਤੈਅ ਕੀਤਾ ਮਾਮਲਾ ਉਸੇ ਤੇ ਉਹ ਚੱਲ ਪਏ ਜੀ। ਉਸੇ ਤੇ ਚੱਲਣ ਕਰਕੇ ਜਿਹੜੇ ਰੁਕਾਵਟ ਆਈ, ਤਾਂ ਵਿਰੋਧੀ ਧਿਰ ਨੂੰ ਵੀ ਕਿਤੇ ਨਾ ਕਿਤੇ ਇਸ ਗੱਲ ਦੀ ਤਾਂ ਜਵਾਬ ਦੇ ਹੋਣਾ ਪਏਗਾ ਨਾ ਵੀ ਤੁਸੀਂ ਲੋਕਾਂ ਦੇ ਨੁਮਾਇੰਦੇ ਹੋ, ਤੁਸੀਂ ਪ੍ਰੋਟੈਸਟ ਕਰਨ ਦਾ ਠੀਕ ਹੈ, ਤੁਸੀਂ ਵਾਕਆਊਟ ਕਰਕੇ ਆ ਜਾਓ, ਪਰ ਲੋਕਾਂ ਦੇ ਮਸਲੇ ਤਾਂ ਉਠਾਉਣੇ ਚਾਹੀਦੇ। ਜਿਵੇਂ ਹੁਣ ਵਿਜੀਲੈਂਸ ਕਮਿਸ਼ਨ ਖਤਮ ਕਰਨ ਦਾ ਬਿੱਲ ਆਇਆ ਸੀਗਾ ਜੀ, ਪਹਿਲਾਂ ਵਿਜੀਲੈਂਸ ਕਮਿਸ਼ਨ ਬਣਾਇਆ ਕਿਉਂ, ਫਿਰ ਖਤਮ ਕਿਉਂ ਕੀਤਾ ਜਾ ਰਿਹਾ? ਬਣਾਇਆ ਕਿਦੋਂ ਵੱਲੋਂ ਗਿਆ ਸੀ? ਇਹ ਪਿਛਲੀ ਸਰਕਾਰ ਵਿੱਚ ਦੇ ਸਮੇਂ ਬਣਾਇਆ ਗਿਆ ਸੀਗਾ ਜੀ। ਮਤਲਬ ਇਹ ਬਿੱਲ ਜਿਹੜਾ ਇਹ ਪਹਿਲਾਂ ਕਮਿਸ਼ਨ ਬਣਾਇਆ ਕਿ ਹੁਣ ਖਤਮ ਕਿਉਂ ਕੀਤਾ ਗਿਆ? ਇਹਦੇ ਉੱਪਰ ਬਹਿਸ ਹੋਣੀ ਚਾਹੀਦੀ ਸੀ, ਇਹਦੇ ਤੇ ਕੋਈ ਬਹਿਸ ਨਹੀਂ ਹੋਈ। ਇਸ ਤੋਂ ਇਲਾਵਾ GST ਬਾਰੇ ਵੀ ਇੱਕ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਇੱਕ ਹੋਰ ਤੀਜਾ ਬਿੱਲ ਜਿਹੜਾ ਪੰਜਾਬ ਵਿਲੇਜ ਕਾਮਨ ਲੈਂਡ ਜਿਹੜੀ ਆ ਪਿੰਡਾਂ ਦੀ ਜਿਹੜੀ ਸਾਂਝੀ ਜ਼ਮੀਨ ਆ ਉਹ ਪੰਚਾਇਤਾਂ ਨੂੰ ਦੇਣ ਦਾ ਬਿੱਲ ਪਾਸ ਕੀਤਾ ਗਿਆ। ਮੈਨੂੰ ਲੱਗਦਾ ਬਿੱਲ ਪਾਸ ਕੀਤਾ ਗਿਆ, ਇਸ ਮਾਮਲਾ ਇਹ ਕੋਰਟ ਅਦਾਲਤ ਦੇ ਵਿੱਚ ਜਾ ਸਕਦਾ, ਕਿਉਂਕਿ ਅਦਾਲਤਾਂ ਦੇ ਵਿੱਚ ਪਹਿਲਾਂ ਵੀ ਕੁਝ ਫੈਸਲੇ ਹੋਏ ਆ, ਇਹਦੇ ਤੇ ਲੰਮਾ ਮਾਮਲਾ ਖਿੱਚ ਸਕਦਾ। ਅਜੇ ਇਹ ਮਾਮਲੇ ਸਾਰੇ ਤਿੰਨੇ ਜਿਹੜੇ ਆ ਇਹ ਰਾਜਪਾਲ ਕੋਲ ਜਾਣੇ, ਰਾਜਪਾਲ ਦੀ ਨੋਟੀਫਿਕੇਸ਼ਨ ਤੋਂ ਮਨਜ਼ੂਰੀ ਤੋਂ ਬਾਅਦ ਇਹਨਾਂ ਬਾਰੇ ਨੋਟੀਫਿਕੇਸ਼ਨ ਹੋਏਗੀ। ਇਹਦੇ ਤੇ ਕਿੰਨਾ ਸਮਾਂ ਲੱਗੇਗਾ ਕਹਿਣਾ ਮੁਸ਼ਕਲ ਹੈ। ਮਤਲਬ ਵਿਜੀਲੈਂਸ ਕਮਿਸ਼ਨ ਤੇ ਵੀ ਰੇੜਕਾ ਖੜਾ ਹੋ ਸਕਦਾ ਤੇ ਕਾਮਨ ਇਹਦੇ ਬਾਰੇ ਦੱਸ ਦਿਓ ਜੀ ਕੀ ਹੈ ਵਿਜੀਲੈਂਸ ਜਿਹੜਾ ਹੈਗਾ ਜੀ? ਵਿਜੀਲੈਂਸ ਕਮਿਸ਼ਨ ਜਿਹੜਾ ਪਿਛਲੀ ਸਰਕਾਰ ਨੇ ਬਣਾਇਆ ਸੀਗਾ, ਵਿਜੀਲੈਂਸ ਕਮਿਸ਼ਨ ਜਿਹੜਾ ਇਸ ਕੰਮ ਲਈ ਬਣਾਇਆ ਗਿਆ ਸੀਗਾ ਤਾਂ ਕਿ ਜਿਹੜੀਆਂ ਬਦਲੀਆਂ ਕਰਨੀਆਂ, ਜਿਹੜੀਆਂ ਇਹਦੇ 'ਚ ਅਫਸਰ ਲਾਉਣੇ ਆ, ਜਿਹੜੇ ਹੋਰ ਹੇਠਲੇ ਲੈਵਲ ਤੋਂ ਉੱਪਰ ਤੱਕ ਲਾਉਣੇ ਆ, ਉਹਨਾਂ ਦੀ ਜਿਹੜੀ ਆ ਪਹੁੰਚਾਣ ਕਰਕੇ ਉਹਦੀ ਜਿਹੜੀ ਪਰਮਿਸ਼ਨ ਆ ਵਿਜੀਲੈਂਸ ਕਮਿਸ਼ਨ ਹੀ ਦੇਗਾ ਜੀ। ਤੇ ਕੁਝ ਮਸਲਿਆਂ ਤੇ ਉਹ ਜਾਂਚ ਵੀ ਕਰ ਸਕਦਾ। ਉਹ ਸਾਰੀਆਂ ਗੱਲਾਂ ਕਰਕੇ ਇਹ ਕਮਿਸ਼ਨ ਜਿਹੜਾ ਬਣਾਇਆ ਗਿਆ ਸੀ, ਪਰ ਇਸ ਅਜੇ ਨੇ ਕਮਿਸ਼ਨ ਨੂੰ ਬਣਿਆ ਬਹੁਤਾ ਸਮਾਂ ਨਹੀਂ ਹੋਇਆ ਤੇ ਸਰਕਾਰ ਨੇ ਅੱਜ ਬਿੱਲ ਪਾਸ ਕਰਤਾ। ਸਰਕਾਰ ਨੂੰ ਕਿਉਂ ਲੱਗਿਆ ਵੀ ਇਹ ਜਿਹੜਾ ਰਿਪੀਲ ਕਰਨਾ? ਸਰਕਾਰ ਨੇ ਆਪਣਾ ਲੌਜਿਕ ਦਿੱਤਾ ਵੀ ਸਾਡੇ ਕੋਲ ਵਿਜੀਲੈਂਸ ਵਿਭਾਗ ਵੀ ਹੈਗਾ, ਸਾਡੇ ਕੋਲ ਪੁਲਿਸ ਵੀ ਹੈਗੀ ਹੈ, ਸਾਡੇ ਕੋਲ ਇੱਕ ਹੋਰ ਜਿਹੜਾ ਅਦਾਰਾ ਵੀ ਹੈਗਾ। ਇਹਨਾਂ ਸਰਕਾਰ ਖੁਦ ਮੁਖਤਿਆਰੀ ਚਾਹੁੰਦੀ ਹੈ ਵੀ ਜਦੋਂ ਅਸੀਂ ਚਾਹੀਏ ਅਸੀਂ ਆਪਣੇ ਹਿਸਾਬ ਨਾਲ ਤਬਦੀਲੀਆਂ ਜਿਹੜੀਆਂ ਬਦਲੀਆਂ ਕਰ ਲਈਏ। ਬਦਲੀਆਂ ਦਾ ਵੈਸੇ ਵੀ ਕੋਈ ਰੋਕਦਾ ਨਹੀਂ, ਵਿਜੀਲੈਂਸ ਲਾਉਣ ਘਟਾਉਣ ਵੇਲੇ ਹੈ ਨਾ ਇਹਦੀ ਤਾਂ, ਬਾਕੀ ਤਾਂ ਬਦਲੀਆਂ ਹੁੰਦੀਆਂ ਰਹਿੰਦੀਆਂ। ਬਾਕੀ ਤਾਂ ਮੇਰਾ ਖਿਆਲ ਜਿੰਨੀਆਂ ਬਦਲੀਆਂ ਸਰਕਾਰ 'ਚ ਹੋ ਰਹੀਆਂ ਛੇਤੇ ਪਿਛਲੀਆਂ ਸਰਕਾਰਾਂ 'ਚ ਇੰਨੀ ਤੇਜ਼ੀ ਨਾਲ ਨਹੀਂ ਸੀ ਹੁੰਦੀਆਂ, ਲਗਾਤਾਰ ਹੀ ਬਦਲੀਆਂ ਹੁੰਦੀਆਂ ਜਾ ਰਹੀਆਂ। ਜਾਂ ਇਹਦੇ 'ਚ ਇਹ ਨਿਕਲ ਗਿਆ ਸਕਦਾ ਵੀ ਜਿਹੜੀ ਅਫਸਰਸ਼ਾਹੀ ਆ ਉਹਦੀ ਜਗ੍ਹਾ ਕਮਾਂਡ ਜ਼ਿਆਦਾ ਸਰਕਾਰ ਦੇ ਕੋਲ ਰਹੀ। ਨਹੀਂ, ਇਹਦੇ ਨਾਲ ਇਹ ਤਾਂ ਹੈਗਾ ਵੀ ਜਿਹੜਾ ਇਹ ਸਾਰਾ ਕੁਝ ਹੋਮ ਡਿਪਾਰਟਮੈਂਟ ਦੇ ਅੰਡਰ ਆ ਗਿਆ ਜੀ। ਅਜੇ ਇਹ ਉਹਨਾਂ ਚਿਰ ਚੱਲੇਗਾ ਜਿੰਨਾ ਚਿਰ ਗਵਰਨਰ ਜਿਹੜੇ ਪੰਜਾਬ ਦੇ ਰਾਜਪਾਲ ਇਹਦੇ ਤੇ ਮੋਹਰ ਨਹੀਂ ਲਾ ਦਿੰਦੇ, ਉਹਨਾਂ ਚਿਰ ਇਹ ਅਥਾਰਟੀ ਜਿਹੜੀ ਆ ਇਹ ਕਮਿਸ਼ਨ ਜਿਹੜਾ ਉਹਨਾਂ ਚਿਰ ਇਹਦਾ ਕੰਮਕਾਜ ਰਹੇਗਾ। ਪਰ ਜਦੋਂ ਇੱਕ ਮਤਾ ਪਾਸ ਕਰ ਦਿੱਤਾ ਗਿਆ, ਸਰਬਸੰਮਤੀ ਨਾਲ ਹੀ ਮਤੇ ਤਿੰਨੇ ਪਾਸ ਹੋ ਗਏ, ਕਿਉਂਕਿ ਵਿਰੋਧੀ ਧਿਰ ਤਾਂ ਉਹਨੇ ਹਿੱਸਾ ਹੀ ਨਹੀਂ ਲਿਆ ਜੀ, ਤੇ ਇਸ ਤਰੀਕੇ ਦਾ ਮਸਲਾ ਹੋਇਆ। ਇਸੇ ਦੌਰਾਨ ਜਿਹੜੇ ਆਪਣੇ ਸ਼੍ਰੋਮਣੀ ਅਕਾਲੀ ਦਲ ਦਾ 3 ਮੈਂਬਰੀ ਵਫਦ ਅੱਜ ਪੰਜਾਬ ਦੇ ਰਾਜਪਾਲ ਨੂੰ ਵੀ ਮਿਲਿਆ। ਉਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ ਨੇ ਜਿਹੜੇ ਦੋਸ਼ ਲਾਏ ਵੀ ਜਿਹੜਾ ਆਪਰੇਸ਼ਨ ਲੋਟਸ ਹੈ ਉਹਦੇ ਉੱਪਰ ਚਰਚਾ ਕੀਤੀ। ਉਹਨਾਂ ਕਿਹਾ ਜੀ ਇਹਦੀ ਜਾਂਚ ED ਤੋਂ ਕਰਾਓ ਜਾਂ CBI ਤੋਂ ਕਰਾਓ। ਕੱਲ ਉਹਨਾਂ ਦਾ ਕਹਿਣਾ ਸੀ ਵੀ ਅਸੀਂ ਜਿਹੜਾ ਰਾਜਪਾਲ ਨੂੰ ਮਿਲਾਂਗੇ, ਉਹਨਾਂ ਨੂੰ ਕਹਾਂਗੇ ਕਿ ਸਾਨੂੰ ਸਦਨ 'ਚ ਟਾਈਮ ਨਹੀਂ ਮਿਲਿਆ। ਅੱਜ ਉਹਨਾਂ ਨੇ ਇਸ ਗੱਲ ਲਈ ਜਿਹੜੇ ਉਹਨਾਂ ਦੇ ਡਾਕਟਰ ਸੁਖਵਿੰਦਰ ਸੁੱਖੀ ਬੋਲੇ, ਉਹਨਾਂ ਕਿਹਾ ਵੀ ਅਸੀਂ ਤਾਂ ਸੋਚਦੇ ਸੁੱਚੇ ਮੂੰਹ ਨਾਲ ਸਾਨੂੰ ਜਾਣਾ ਪੈ ਜਾਏ, ਚੰਗਾ ਕੀਤਾ ਤੁਸੀਂ ਸਾਨੂੰ ਸਮਾਂ ਦਿੱਤਾ। ਪਰ ਉਹ ਅੱਜ ਰਾਜਪਾਲ ਨੂੰ ਮਿਲੇ ਵੀ ਇਹਦੀ ਜਿਹੜੀ ਆ ਜਿੰਨਾ ਆਮ ਆਦਮੀ ਪਾਰਟੀ ਰੌਲਾ ਰੱਪਾ ਪਾ ਰਹੀ ਹੈ ਆਪਰੇਸ਼ਨ ਲੋਟਸ ਨੂੰ ਲੈ ਕੇ, ਤੇ ਉਹਦੀ ਜਿਹੜੀ ਜਾਂਚ ਕਰਵਾਈ ਜਾਣੀ ਚਾਹੀਦੀ। ਇਸ ਤਰੀਕੇ ਦਾ ਅੱਜ ਜਿਹੜਾ ਸੈਸ਼ਨ ਰਿਹਾ, ਪਰ ਸੈਸ਼ਨ ਦੇ ਵਿੱਚ ਨਾਅਰੇਬਾਜ਼ੀ ਕਰਕੇ ਜਿਹੜਾ ਸੈਸ਼ਨ 3 ਵਜੇ ਤੱਕ ਚੱਲਣਾ ਸੀਗਾ ਉਹ
मेरे ख्याल जल्दी खत्म कर दिता गया 1:30 ਵਜੇ ਤੋਂ ਪਹਿਲਾਂ ਹੀ ਸੈਸ਼ਨ ਜਿਹੜਾ ਖਤਮ ਹੋ ਗਿਆ ਤੇ ਹੁਣ ਇੱਕ ਦਿਨ ਸੈਸ਼ਨ ਦਾ ਬਚਿਆ ਜੀ ਉਹ 2 ਵਜੇ ਦੁਪਹਿਰ 2 ਵਜੇ ਹਾਂ ਦੁਪਹਿਰ 2 ਵਜੇ ਤੱਕ ਸ਼ੁਰੂ ਹੋਏਗਾ ਤੇ ਜਿਵੇਂ 3 ਬਿੱਲ ਅੱਜ ਪਾਸ ਹੋਏ ਜੇ ਕੋਈ ਹੋਰ ਬਿੱਲ ਹੋਏ 2-3 ਉਹ ਵੀ ਪਾਸ ਹੋਣਗੇ ਉਸ ਦਿਨ ਤੇ ਕਾਂਗਰਸ ਦਾ ਇਹੀ ਲੱਗਦਾ ਵੀ ਉਹ ਉਸ ਦਿਨ ਵੀ ਪ੍ਰਸ਼ਨ ਕਾਲ ਹੋਣਗੇ ਤੇ 0 ਓਵਰ ਹੋਏਗਾ 0 ਓਵਰ ਦੇ ਵਿੱਚ ਵੀ ਕਈ ਅਹਿਮ ਮਾਮਲੇ ਜਿਹੜੇ ਉਠਾਏ ਗਏ ਅੱਜ ਵੀ ਇਹ ਕਿਹਾ ਗਿਆ ਕਿ ਕਿਸਾਨਾਂ ਦਾ ਜਿਹੜਾ ਫਸਲਾਂ ਦਾ ਖਰਾਬਾ ਹੋਇਆ ਜਿਹੜੇ ਜਿਨ੍ਹਾਂ ਦੇ ਪਸ਼ੂ ਮਰੇ ਆ ਉਹਨਾਂ ਨੂੰ ਰਿਲੀਫ ਦੇਣ ਦਾ ਮਾਮਲਾ ਕਦੋਂ ਤੱਕ ਆਏਗਾ ਇਹ ਮਾਮਲਾ ਜਿਹੜਾ ਕਾਂਗਰਸ ਦੇ ਵਿਧਾਇਕਾਂ ਨੇ ਉਠਾਇਆ ਸੀਗਾ ਤੇ ਜਿਹੜੇ ਆਪਣੇ ਪੇਂਡੂ ਵਿਕਾਸ ਮੰਤਰੀ ਨੇ ਉਹਨਾਂ ਕਿਹਾ ਵੀ ਅਸੀਂ ਜਿਹੜੀ ਆ ਬਕਾਇਦਾ ਗਰਦੌਰੀ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਆ ਤੇ ਉਹਦੇ ਤੋਂ ਜੋ ਸਾਨੂੰ ਨੁਕਸਾਨ ਦੀ ਰਿਪੋਰਟ ਆਊਗੀ ਉਹਦੀ ਅਸੀਂ ਭਰਪਾਈ ਕਰਾਂਗੇ ਤੇ ਇਹ ਪੁੱਛਿਆ ਗਿਆ ਵੀ ਜਿਹੜੀ ਤੁਹਾਡੀ ਦਿੱਲੀ ਦੀ ਸਰਕਾਰ ਹੈ ਉਹ 50,000 ਪ੍ਰਤੀ ਹੈਕਟਰ ਦਿੰਦੀ ਆ ਤੁਸੀਂ ਕਿੰਨਾ ਮੁਆਵਜ਼ਾ ਦਿਓਗੇ ਇਹਦਾ ਤਾਂ ਕੋਈ ਜਵਾਬ ਨਹੀਂ ਆ ਮੇਰੇ ਖਿਆਲ ਜਿਹੜਾ 12,000 ਦੇ ਪਰ ਏਕੜ ਦੇ ਨਾਲ ਉਹੀ ਉਸੇ ਕਿਸਮ ਦਾ ਮੁਆਵਜ਼ਾ ਮੇਰੇ ਖਿਆਲ ਦੇਣ ਦਾ ਹੋਏਗਾ ਇਹ ਅੱਗੇ ਨਿਰਭਰ ਕਰੇਗਾ ਖਰਾਬਾ ਹੋਇਆ ਕਿੰਨਾ ਫਸਲ ਕਿੰਨੀ ਮਾਰੀ ਗਈ ਆ ਦੋ ਤਰ੍ਹਾਂ ਦੀਆਂ ਬਿਮਾਰੀਆਂ ਰਹੀਆਂ ਪਹਿਲਾਂ ਇੱਕ ਚਾਈਨਾ ਦੀ ਬਿਮਾਰੀ ਸੀ ਹਾਂਜੀ ਚਾਈਨਾ ਵਾਇਰਸ ਸੀਗਾ ਜਿਹਦੇ ਨਾਲ ਝੋਨੇ ਦਾ ਕੱਦ ਜਿਹੜਾ ਬਹੁਤ ਛੋਟਾ ਰਹਿ ਗਿਆ ਤੇ ਉਹਨੂੰ ਸਿੱਟੇ ਹੀ ਨਹੀਂ ਪਏ ਬਹੁਤ ਕਿਸਾਨਾਂ ਨੂੰ ਬਾਉਣੀ ਪਈ ਆਪਣੀ ਜ਼ਮੀਨ ਜਿਹੜੀ ਫਸਲ ਆ ਇੱਕ ਉਹ ਸੀਗਾ ਹੁਣ ਜਿਹੜਾ ਮੀਂਹ ਦਾ ਪਿਆ ਤੇ ਬਹੁਤ ਸਾਰੇ ਖੇਤਾਂ ਦੇ ਵਿੱਚ ਪਾਣੀ ਖੜਾ ਹੋਇਆ ਅਜੇ ਵੀ ਉਹਦੇ ਨਾਲ ਝੋਨਾ ਜਿਹੜਾ ਮੀਂਹ ਲਗਾਤਾਰ 4 ਦਿਨ ਪਿਆ ਹਾਂ ਝਾੜ ਘਟੇਗਾ ਤੇ ਕੁਝ ਜਿਹੜਾ ਝੋਨਾ ਜਿਹੜਾ ਉਹ ਮੁੰਜਰਾਂ ਜਿਹੜੀਆਂ ਉਹ ਪੁੰਗਰ ਪਈਆਂ ਸੀਗੀਆਂ ਜੜਾਂ ਦੀਆਂ ਚਿੱਟੀਆਂ ਜਿਹੜੀਆਂ ਉਹ ਨਿਕਲ ਆਈਆਂ ਸੀਗੀਆਂ ਇਹਦੇ ਨਾਲ ਵੀ ਵਜਨ ਜਿਹੜਾ ਘਟ ਜਾਏਗਾ ਮਤਲਬ ਕਿਸਾਨਾਂ ਦਾ ਕਹਿਣਾ ਹੈ ਕਿ ਇਹ 5 ਤੋਂ 10 ਕੁਇੰਟਲ ਮਤਲਬ 4 ਤੋਂ 5 ਜਾਂ ਵੱਧ ਵੀ ਨੁਕਸਾਨ ਹੋ ਸਕਦਾ ਕਿਉਂਕਿ ਜਦੋਂ ਝੋਨੇ ਦੇ ਉੱਪਰ ਜ਼ਿਆਦਾ ਮੀਂਹ ਪੈ ਜਾਵੇ ਕੋਈ ਤਾਂ ਝੜ ਜਾਂਦਾ ਜਿਹੜਾ ਪੱਕਿਆ ਹੋਇਆ ਤੇ ਕੁਝ ਜਿਹੜਾ ਜਿਹਦੇ ਚ ਉਹ ਸੂਈਆਂ ਨਿਕਲ ਆਈਆਂ ਉਹਦੇ ਨਾਲ ਵੀ ਨੁਕਸਾਨ ਹੁੰਦਾ ਕਿਉਂਕਿ ਉਹਦਾ ਬੀਜ ਦਾ ਜਿਹੜਾ ਦਾਣੇ ਦਾ ਪਾਰਟ ਹੁੰਦਾ ਤੇ ਉਹਦੇ ਨਾਲ ਜਿੰਨਾ ਬਾਹਰ ਨਿਕਲੇਗਾ ਉਹਦਾ ਝੜ ਜਾਏਗਾ ਜੀ ਤਾਂ ਉਹ ਵੀ ਇੱਕ ਨੁਕਸਾਨ ਹੋਏਗਾ ਇਸ ਕਰਕੇ ਇਸ ਸੀਜ਼ਨ ਦੇ ਵਿੱਚ ਕਿਸਾਨਾਂ ਨੂੰ ਖਾਸੀ ਜਿਹੜੀ ਮਾਰ ਪਈ ਹੈ ਇਹੋ ਜਿਹੇ ਕਈ ਮਸਲਿਆਂ ਦੇ ਉੱਪਰ ਜਿਹੜੀ ਗੱਲਬਾਤ ਹੋਈ ਡਿਸਕਸ਼ਨ ਹੋਈ ਪਰ ਚੰਗਾ ਹੁੰਦਾ ਜੇ ਵਿਰੋਧੀ ਧਿਰ ਵੀ ਇਹਦੇ ਚ ਪਾਰਟਿਸਿਪੇਟ ਕਰਦੀ ਤੇ ਹੋਰ ਬਿਹਤਰ ਨਤੀਜੇ ਜਿਹੜੇ ਕੱਢੇ ਜਾ ਸਕਦੇ ਸੀ ਜਾਂ ਬਿੱਲਾਂ ਦੇ ਉੱਪਰ ਘੱਟੋ ਘੱਟ ਉਹਨਾਂ ਦੇ ਵਿੱਚ ਕੀ ਅਮੈਂਡਮੈਂਟਸ ਹੋਣੀਆਂ ਚਾਹੀਦੀਆਂ ਜਾਂ ਇਹੀ ਵਿਜੀਲੈਂਸ ਕਮਿਸ਼ਨ ਬਣਾਉਣ ਦਾ ਤੋੜਨ ਦਾ ਇਹਦੇ ਤੇ ਖੁੱਲ ਕੇ ਬਹਿਸ ਜਿਹੜੀ ਹੋ ਸਕਦੀ ਜਿਹੜੀ ਹੋਣੀ ਚਾਹੀਦੀ ਸੀ ਨਹੀਂ ਹੋਈ ਤੇ ਦਰਸ਼ਕਾਂ ਨੂੰ ਇਹ ਵੀ ਦੱਸ ਦਿੰਦੇ ਆ ਕਿ ਬਿਕਰਮਜੀਤ ਸਿੰਘ ਮਜੀਠੀਆ ਦੇ ਪਤਨੀ ਜਿਹੜੇ ਪਹਿਲੀ ਵਾਰ ਜਿੱਤ ਕੇ ਆਏ ਨੇ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਪਰ ਉਹ ਨਹੀਂ ਬੋਲੇ ਉਹਨਾਂ ਨੇ ਹੱਥ ਬੰਨ ਕੇ ਧੰਨਵਾਦ ਕੀਤਾ ਸਪੀਕਰ ਨੇ ਉਹਨਾਂ ਨੂੰ ਸੱਦਾ ਜ਼ਰੂਰ ਦਿੱਤਾ ਕੀ ਲੱਗਿਆ ਜੀ ਕੀ ਲੱਗਦਾ ਤੁਹਾਨੂੰ ਜੀ ਵੀ ਪਹਿਲੀ ਵਾਰ ਆਏ ਨੇ ਜਾਂ ਕੁਝ ਇਸ ਤਰ੍ਹਾਂ ਨਹੀਂ ਜਿਹੜਾ ਚੁਣਿਆ ਜਾਂਦਾ ਲੋਕ ਨੂੰ ਚੁਣ ਕੇ ਭੇਜਦੇ ਆਵਾਜ਼ ਉਠਾਉਣ ਲਈ ਤਾਂ ਉਹਨਾਂ ਨੂੰ ਜਦੋਂ ਤੁਹਾਨੂੰ ਮੌਕਾ ਮਿਲਦਾ ਆਵਾਜ਼ ਉਠਾਉਣੀ ਚਾਹੀਦੀ ਹੈ ਸਗੋਂ ਤੁਹਾਨੂੰ ਇਲਾਕੇ ਦੇ ਸਾਰੇ ਮਸਲੇ ਲਿਆਉਣੇ ਚਾਹੀਦੇ ਉੱਥੇ ਕਹਿਣਾ ਚਾਹੀਦਾ ਵੀ ਆਹ ਗੱਲਾਂ ਮਤਲਬ ਇਹਦੇ ਨਾਲ ਇਹੋ ਜਿਹਾ ਪਰ ਉਹਨਾਂ ਨੇ ਹੱਥ ਜੋੜ ਕੇ ਜਿਹੜਾ ਧੰਨਵਾਦ ਕਰ ਦਿੱਤਾ ਤੇ ਅਸੀਂ ਜਿਹੜਾ ਹੋਰ ਇੱਕ ਮਸਲਾ ਕਾਫੀ ਦਿਨਾਂ ਤੋਂ ਜੰਮੂ ਜੀ ਉੱਭਰ ਰਿਹਾ ਪੰਜਾਬ ਤੇ ਹਰਿਆਣੇ ਦੀ ਜਿਹੜੀਆਂ ਕਮੇਟੀਆਂ ਨੂੰ ਲੈ ਕੇ ਉੱਭਰ ਰਿਹਾ ਕੀ ਯਤਨਸ਼ੀਲ ਇਸ ਵੇਲੇ ਕਿਉਂਕਿ ਰਿਐਕਸ਼ਨ ਅਸੀਂ ਵੇਖ ਲਿਆ ਸੀ ਅਕਾਲੀ ਦਲ ਦਾ ਤੇ ਐਸਜੀਪੀਸੀ ਦਾ ਅੱਜ ਜਿਹੜੇ ਕੀ ਯਤਨਸ਼ੀਲ ਰਿਹਾ ਕੀ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦਾ ਕੀਤਾ ਗਿਆ ਕਿ ਉਹਨਾਂ ਨੇ ਹਰਿਆਣਾ ਜਿਹੜੀ ਵੱਖਰੀ ਕਮੇਟੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਣੀ ਹੈ ਉਸ ਨੂੰ ਰੋਕਣ ਦੇ ਯਤਨ ਹਜੇ ਵੀ ਜਾਰੀ ਨੇ ਕੀ ਲੱਗਦਾ ਬੂਰ ਪੈ ਸਕਦੇ ਜੀ ਐਸਜੀਪੀਸੀ ਦੇ ਯਤਨਾਂ ਨੂੰ ਦੇਖੋ ਇੱਕ ਗੱਲ ਬੜੀ ਸਾਫ਼ ਹੈ ਜਿਹੜੇ ਫੈਸਲੇ ਆ ਸੁਪਰੀਮ ਕੋਰਟ ਦਾ ਫੈਸਲਾ ਹੈ ਜੀ ਇਹਦੇ ਤੇ ਬਹੁਤਾ ਕੁਝ ਹੋਣ ਵਾਲਾ ਨਹੀਂ ਹੈਗਾ ਦੂਜੀ ਗੱਲ ਹਰਿਆਣੇ ਦੇ ਵਿੱਚ ਆਪਣੇ ਕਿਸਮ ਦੇ ਰੇੜਕੇ ਨੇ ਉੱਥੇ 2 ਪ੍ਰਧਾਨ ਬਣ ਗਏ ਨੇ ਇੱਕ ਦਾਦੂ ਵਾਲਾ ਕਹਿੰਦੇ ਵੀ ਮੈਂ ਅਸਲੀ ਪ੍ਰਧਾਨ ਆ ਜਿਹੜੇ ਜਗਦੀਸ਼ ਸਿੰਘ ਝੀਂਡਾ ਉਹ ਕਹਿੰਦੇ ਵੀ ਇਹਨਾਂ ਨੂੰ ਤਾਂ ਵਕਤੀ ਲਾਇਆ ਗਿਆ ਸੀਗਾ ਤੇ ਮੈਂ ਬਿਮਾਰ ਹੋ ਗਿਆ ਸੀ ਇਸ ਕਰਕੇ ਲਾਇਆ ਗਿਆ ਸੀਗਾ ਹੁਣ ਮੈਂ ਠੀਕ ਠਾਕ ਆ ਤਾਂ ਮੈਂ ਪ੍ਰਧਾਨ ਆ ਮਤਲਬ 41 ਮੈਂਬਰੀ ਕਮੇਟੀ ਦੇ ਵਿੱਚ ਦੋਨੇ ਤਰ੍ਹਾਂ ਦਾਅਵਾ ਕਰਦੀਆਂ ਵੀ ਮੈਜੋਰਟੀ ਸਾਡੇ ਨਾਲ ਹੈ ਜੀ ਤੇ ਦੋਨੇ ਮਤਲਬ ਇਸ ਕੰਮ ਲਈ ਚੱਲੇ ਹੋਏ ਆ ਕਦੇ ਜਿੱਥੇ ਇੱਕ ਪਾਸੇ ਝਿੰਡਾ ਹੋਣੀ ਚਾਹੁੰਦੇ ਆ ਜਾਂ ਜਿੱਥੇ ਦਾਦੂਵਾਲ ਹੋਣੇ ਚੱਲ ਜਾਂਦੇ ਆ ਉੱਥੇ ਝਿੰਡਾ ਹੋਣੀ ਜਾਂਦੇ ਆ ਵਿੱਚ ਇਹਨੂੰ ਮੁਲਾਕਾਤ ਹੋ ਗਈ ਇੱਕ ਸੰਮਤੀ ਵੀ ਹੋ ਗਈ ਸੀ ਵੀ ਝਿੰਡਾ ਨਹੀਂ ਸਹਿਮਤੀ ਸੁਮਤੀ ਵਾਲਾ ਕੁਝ ਇਹੋ ਜਿਹਾ ਬਾਲਾ ਕੁਝ ਨਹੀਂ ਹੋਣ ਵਾਲਾ ਇਹ ਅਜੇ ਜ਼ੋਰ ਜਮਾਈ ਹੋਏਗੀ ਫਾਈਨਲੀ ਹਰਿਆਣਾ ਸਰਕਾਰ ਦਾ ਕਹਿਣਾ ਕਿ ਉਹ ਇਸ ਮਸਲੇ ਨੂੰ ਹੱਲ ਕਰਨ ਲਈ ਇੱਕ ਅਥਾਰਟੀ ਜਾਂ ਕਮਿਸ਼ਨ ਬਣਾਉਣਗੇ ਜੀ ਮਤਲਬ ਅਥਾਰਟੀ ਫੈਸਲਾ ਕਰੇਗੀ ਹਲਕਿਆਂ ਦੀ ਵੰਡ ਕਰੇਗੀ ਕੀ ਕਰਦੀ ਹੈ ਉਸ ਤੋਂ ਬਾਅਦ ਉਹ ਜਿਹੜੀ ਇੱਕ ਅਡਾਹਕ ਕਮੇਟੀ ਦੁਬਾਰਾ ਬਣੇਗੀ ਹੋ ਸਕਦਾ ਇਲੈਕਸ਼ਨ ਵੀ ਛੇਤੀ ਹੋ ਸਕਦਾ ਹਾਂ ਨਹੀਂ ਇਹਦੇ ਪੋਸੀਬਿਲਿਟੀ ਹੈ ਕੀ ਹੁੰਦਾ ਪਹਿਲਾਂ ਤਾਂ ਇਹੀ ਹੈ ਵੀ ਗੁਰਦੁਆਰਾ ਕਮਿਸ਼ਨ ਬਣਦਾ ਜਾਂ ਗੁਰਦੁਆਰਾ ਅਥਾਰਟੀ ਬਣਦੀ ਹੈ ਜਿਹੜੀ ਵੀ ਬਣੇਗੀ ਉਹਦੇ ਤੇ ਨਿਰਭਰ ਕਰੇਗਾ ਉਹ ਅੱਗੇ ਸਾਰਾ ਪ੍ਰੋਸੈਸ ਕਿਵੇਂ ਚਲਾਉਂਦੀ ਹੈ ਕਿਵੇਂ ਚੋਣ ਕਰਾਉਂਦੀ ਹੈ ਉਹ ਤੋਂ ਬਾਅਦ ਹੋਏਗਾ ਪਰ ਇਹਨਾਂ ਨੇ ਰੇੜਕਾ ਪਾ ਲਿਆ ਅਜੇ ਤਾਂ ਇਹਨਾਂ ਕੋਲ 4-5 ਗੁਰਦੁਆਰਿਆਂ ਦੇ ਅਧਿਕਾਰ
ਹੈਗਾ, ਪ੍ਰਬੰਧ ਵੀ ਨਹੀਂ ਸਾਰੇ ਗੁਰਦੁਆਰਿਆਂ ਦੇ ਮਿਲੇ, ਸਾਰਿਆਂ ਦਾ ਨਹੀਂ ਮਿਲਿਆ। ਤੇ ਦੂਜੇ ਪਾਸੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੇ ਜਿਹੜੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ, ਉਹਨਾਂ ਨੇ ਇੱਕ ਚਿੱਠੀ ਕੱਲ ਜਿਹੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਹੈ ਜੀ ਵੀ ਤੁਸੀਂ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਅਪੀਲ ਪਾਓ, ਤੁਸੀਂ ਇਹ ਫੈਸਲਾ ਲਾਗੂ ਨਾ ਹੋਣ ਦਿਓ। ਕੇਂਦਰ ਸਰਕਾਰ ਕਿਉਂ ਦਖਲ ਦੇਗੀ ਇਹਦੇ 'ਚ? ਜੀ ਮਤਲਬ ਇਹ ਉਹਨਾਂ ਦੀ ਅਪੀਲ ਹੈ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਮੀਟਿੰਗ ਸੀਗੀ ਜੀ ਅੰਮ੍ਰਿਤਸਰ ਦੇ ਵਿੱਚ, ਉਹਦੇ ਵਿੱਚ ਉਹਨਾਂ ਨੇ ਕਈ ਤਜਵੀਜ਼ਾਂ, ਕਈ 6 ਮਤੇ ਜਿਹੜੇ ਪਾਸ ਕੀਤੇ। ਪਹਿਲਾ ਮਤਾ ਜਿਹੜਾ ਉਹਨਾਂ ਦਾ ਬੜਾ ਦਿਲਚਸਪ ਹੈਗਾ, ਉਹਨਾਂ ਕਿਹਾ ਵੀ ਹੁਣ ਜਿਹੜੇ ਸਿੰਘ ਸਾਹਿਬਾਨ ਆ, ਜਿਹੜੇ ਸਿੱਖ ਪੰਥ ਆ ਜਿਹੜਾ ਵੱਖ-ਵੱਖ ਧੜਿਆਂ 'ਚ ਵੰਡਿਆ, ਇਹਨੂੰ ਇਕੱਠਾ ਕੀਤਾ ਜਾਵੇ। ਇੱਕ ਸੰਕਟ ਆ ਪਿਆ ਅਕਾਲੀ ਦਲ, ਹਾਂਜੀ ਨਾ, ਇਹਦੇ 'ਚ SGPC ਦਾ ਹਰਿਆਣੇ ਦੇ ਵਿੱਚ ਵੱਖਰੀ ਕਮੇਟੀ ਦਾ, ਇਹਨੂੰ ਰਲ ਮਿਲ ਕੇ ਅਸੀਂ ਹੱਲ ਕਰੀਏ। ਮਤਲਬ ਉਹ ਸੰਕਟ ਜਿਹੜਾ ਕਿਉਂ ਪਿਆ, ਕੀ ਕਾਰਨ ਹੋਏ, ਉਹਦੀ ਡਿਟੇਲ 'ਚ ਨਹੀਂ ਗਏ ਵਿਸਤਾਰ ਦੇ ਵਿੱਚ ਵੀ ਕਿਉਂ ਇਹ ਨੌਬਤ ਆਈ। ਮਤਲਬ ਜਦੋਂ ਪੰਜਾਬ ਤੇ ਹਰਿਆਣਾ ਵੰਡੇ ਗਏ ਜੀ 1966 ਦੇ ਵਿੱਚ, ਜਿਹੜਾ ਪੁਨਰ ਗਠਨ ਐਕਟ ਬਣਿਆ, ਉਹਦੀ ਇੱਕ ਬਕਾਇਦਾ ਧਾਰਾ 78, ਉਹਦੇ ਵਿੱਚ ਇਹ ਅਧਿਕਾਰ ਹਰਿਆਣਾ ਨੂੰ ਦਿੱਤਾ ਗਿਆ ਕਿ ਉਹ ਆਪਣੀ ਵੱਖਰੀ ਕਮੇਟੀ ਬਣਾ ਲੈਣਗੇ। ਜੇ ਤੁਹਾਨੂੰ ਉਦੋਂ ਖਤਰਾ ਨਹੀਂ ਲੱਗਾ, ਹੁਣ ਕਿਉਂ ਲੱਗ ਰਿਹਾ? ਤੁਹਾਨੂੰ ਚਾਹੀਦਾ ਸੀਗਾ ਉਦੋਂ ਹੀ ਐਕਟ ਦਾ ਵਿਰੋਧ ਕਰਦੇ ਵੀ ਇਹ ਧਾਰਾ ਹਰਿਆਣਾ ਦੀ ਵੱਖਰੀ ਕਮੇਟੀ ਨਹੀਂ ਬਣਨੀ ਚਾਹੀਦੀ। ਜਿਹੜੇ ਦੂਜੇ ਪਾਸੇ ਆ ਉਹ ਕਹਿੰਦੇ ਵੀ ਤੁਸੀਂ ਇਹ ਦੇਖੋ ਵੀ ਦਿੱਲੀ ਦੀ ਵੱਖਰੀ ਕਮੇਟੀ ਹੈਗੀ, ਉਹਦੇ ਨਾਲ ਨਹੀਂ ਸਿੱਖ ਪੰਥ ਵੰਡਿਆ ਗਿਆ, ਤੇ ਹਰਿਆਣੇ ਦੀ ਵੱਖਰੀ ਕਮੇਟੀ ਬਣਨਾ ਜ਼ਰੂਰ ਵੰਡਿਆ ਜਾਏਗਾ। ਇਹ ਤੁਸੀਂ ਜਿਹੜਾ ਝੂਠਾ ਪ੍ਰਚਾਰ ਕਰ ਰਹੇ ਹੋ। ਤੇ 7 ਤਰੀਕ ਨੂੰ ਜਿਹੜਾ ਗੁਰਦੁਆਰਾ ਨਾਢਾ ਸਾਹਿਬ, ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਰੱਖੇ ਜਾਣੇ, 9 ਨੂੰ ਭੋਗ ਪੈਣੇ ਆ, ਤੇ SGPC ਨੇ ਕਰ ਲਿਆ ਵੀ ਜਿਹੜੇ ਮਾਰਚ ਜਿਹੜੇ ਕੀਤੇ ਜਾਣਗੇ, 7 ਤਰੀਕ ਨੂੰ ਮਾਰਚ ਜਿਹੜੇ ਆ ਉਹ ਵੱਖ-ਵੱਖ ਥਾਵਾਂ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਪਹੁੰਚਣਗੇ। ਕੁਝ 1 ਮਾਰਚ SGPC ਦੇ ਮੈਂਬਰ ਦਿੱਲੀ ਦੇ ਵਿੱਚ ਵੀ ਕਰਨਗੇ। ਸੋ ਕਈ ਡੇਟਾ ਆਈਆਂ, ਕੁਝ ਡੇਟਾ ਨਹੀਂ ਆਈਆਂ, ਕਦੋਂ ਕੀ ਕਰਨਾ। ਇੱਕ 9 ਤਰੀਕ ਨੂੰ ਵੀ ਪ੍ਰੋਟੈਸਟ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ। 9 ਨੂੰ ਇੱਥੇ ਹੀ ਨਾਢਾ ਸਾਹਿਬ ਦੇ ਵਿੱਚ ਜਿਸ ਦਿਨ ਭੋਗ ਪੈਣੇ ਆ, ਉਸੇ ਦਿਨ ਕੁਝ ਗੁਰਦੁਆਰਿਆਂ ਦਾ ਚਾਰਜ ਵੀ ਲੱਗਦਾ ਹੈ ਕਿ ਉਹ ਜਿਹੜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਜਾਏਗਾ। ਮਾਹੌਲ ਤਣਾਅਪੂਰਨ ਹੋ ਸਕਦਾ, ਥੋੜਾ ਬਹੁਤ ਤਣਾਅ ਹੋ ਸਕਦਾ, ਪਰ ਹਰਿਆਣਾ ਸਰਕਾਰ ਜਿਹੜੀ ਆ ਜਿਹੜੇ ਪ੍ਰਬੰਧ ਕਰੇਗੀ। ਦੂਜੇ ਜਿਹੜੇ ਹਰਿਆਣਾ ਦੇ ਸਿੱਖ ਜਿਹੜੇ ਆ ਉਹ ਮੇਰਾ ਨਹੀਂ ਖਿਆਲ ਇਸ ਕੰਮ ਦੇ ਵਿੱਚ ਬੜਾ ਪੈਣਗੇ। ਉਹ ਇਸ ਗੱਲ ਤੋਂ ਖੁਸ਼ ਨੇ, ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਨੂੰ ਵੀ ਆਖਰਕਾਰ ਅਧਿਕਾਰ ਮਿਲ ਗਿਆ। ਦੂਜੇ ਪਾਸੇ ਇੱਕ ਇਹ ਵੀ ਦਲੀਲ ਦਿੱਤੀ ਜਾਂਦੀ ਹੈ, ਇੱਕ ਤਰਕ ਦਿੱਤਾ ਜਾਂਦਾ ਕਿ ਹਰਿਆਣਾ ਦੇ ਵਿੱਚ ਵੱਖਰੀ ਕਮੇਟੀ ਬਣ ਗਈ ਤੇ ਹਰਿਆਣਾ ਦੇ ਵਿੱਚ ਕੁਝ ਸਿੱਖ ਦਾ ਇੱਕ ਹਿੱਸਾ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਹੈ। ਸ਼੍ਰੋਮਣੀ ਅਕਾਲੀ ਦਲ ਉੱਥੇ ਜਿਹੜੇ ਚੋਣਾਂ ਆਉਣੀਆਂ ਉਹਨਾਂ 'ਚ ਹਿੱਸਾ ਲਵੇ, ਉਹ ਆਪਣੇ ਪੱਖ ਦੀ ਕਮੇਟੀ ਬਣਾ ਲੈ। ਹੁਣ ਜਿਹੜਾ ਉਹਨਾਂ ਨੂੰ ਹੱਕ ਮਿਲਿਆ ਉਹਦੇ ਹੱਕ ਤੋਂ ਡਿਨਾਈ ਨਹੀਂ ਕਰਨਾ ਚਾਹੀਦਾ, ਪਰ ਇਹਦੇ ਤੇ ਰੇੜਕਾ ਜਿਹੜਾ ਬਣਿਆ ਰਹੇਗਾ। SGPC ਆਪਣੀ ਥਾਂ ਤੇ ਰਹੇਗੀ। ਸ਼੍ਰੋਮਣੀ ਅਕਾਲੀ ਦਲ ਦੀ ਵੀ ਅੱਜ ਮੀਟਿੰਗ ਹੋ ਰਹੀ ਹੈ, ਸ਼੍ਰੋਮਣੀ ਅਕਾਲੀ ਦਲ ਵੀ ਮਿਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੋਨੇ ਮਿਲ ਕੇ ਇਹਦੇ ਤੇ ਕੋਈ ਨਾ ਕੋਈ ਪੰਜਾਬ ਦੇ ਵਿੱਚ ਜਦੋਜਹਿਦ ਕਰਨਗੇ, ਹਰਿਆਣੇ 'ਚ ਵੀ ਕੋਸ਼ਿਸ਼ ਕਰਨਗੇ, ਦਿੱਲੀ ਦੇ ਵਿੱਚ ਵੀ ਕੋਸ਼ਿਸ਼ ਕਰਨਗੇ। ਪਰ ਜੋ ਅਕਾਲੀ ਦਲ ਦੀ ਇਸ ਵੇਲੇ ਹਾਲਤ ਹੈ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਚੁਏਸ਼ਨ ਹੈ, ਉਹਦੇ 'ਚ ਅਜੇ ਅੱਜ ਤਾਂ ਨਹੀਂ ਲੱਗਦਾ ਕੋਈ ਵੱਡਾ ਅੰਦੋਲਨ ਬਿਲਡ ਹੋ ਜਾਵੇ। ਉਹ ਬਹੁਤ ਵੱਡਾ ਨਹੀਂ ਹੋ ਸਕਦਾ, ਕਿਉਂਕਿ ਲੋਕ ਜਿਹੜੇ ਆ ਜਿਸ ਤਰੀਕੇ ਦਾ ਜਦੋਂ ਬੇਅਦਬੀ ਹੋਈ ਸੀਗੀ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਦੇ ਵਿੱਚ, ਬੁਰਜ ਜਵਾਹਰ ਸਿੰਘ ਵਾਲਾ 'ਚ ਪਹਿਲੀ ਜਿਹੜੀ ਆ ਭੀੜ ਚੋਰੀ ਹੋਈ ਸੀਗੀ, ਜਿਵੇਂ ਉਹਦੇ ਪੱਤਰੇ ਖਿਲਾਰੇ ਗਏ, ਜਿਵੇਂ ਅਜੇ ਤੱਕ ਵੀ ਉਹਦਾ ਕੋਈ ਹੱਲ ਨਹੀਂ ਹੋ ਸਕਿਆ, ਅਜੇ ਤੱਕ ਵੀ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲ ਸਕੀਆਂ। ਸਜ਼ਾਵਾਂ ਕੀ ਮਿਲਣੀਆਂ? ਅਜੇ ਤੱਕ ਜਿਹੜੀਆਂ ਉਹਦੀਆਂ ਜਿਹੜੀਆਂ 3 ਸੈੱਟ ਬਣੀਆਂ ਸੀਗੀਆਂ, ਇੱਕ ਸੈੱਟ ਨੇ ਤਾਂ ਆਪਣੀ ਰਿਪੋਰਟ ਸਬਮਿਟ ਕਰਤੀ ਹੈ, 2 ਦੀ ਰਿਪੋਰਟ ਸਬਮਿਟ ਹੋਣੀ ਹੈ। ਜਿੰਨਾ ਚਿਰ ਉਹ ਰਿਪੋਰਟਾਂ ਦੋਨੇ ਨਹੀਂ ਹੁੰਦੀਆਂ, ਉਹਦੇ ਬਾਰੇ ਵੀ ਵੱਖੋ ਵੱਖਰੀਆਂ ਜਿਹੜੇ ਪਹਿਲਾਂ ਉਸ ਜਿਹੜੀ ਇੱਕ ਸੈੱਟ ਦੇ ਆਗੂ ਸੀਗੇ ਕੁੰਵਰ ਵਿਜੇ ਪ੍ਰਤਾਪ ਜੀ, ਉਹ ਇਸ ਗੱਲ ਨੂੰ ਲੈ ਕੇ ਬੜਾ ਚਿੰਤਤ ਆ। ਉਹਨਾਂ ਦਾ ਵੱਖਰਾ ਲੌਜਿਕ ਆ। ਉਹ ਕਹਿੰਦੇ ਵੀ ਇੱਕ ਜਿਹੜੀ ਸਿੱਟ ਹੈ, ਜਿਹੜੇ ਉਹਦੇ ਇੰਚਾਰਜ ਸੀਗੇ, ਜਿਹੜੇ ਉਹਦੇ 2 ਨੰਬਰ ਤੇ ਅਧਿਕਾਰੀ ਸੀ, ਉਹ ਕਹਿੰਦੇ ਮੈਂ ਤਾਂ 3 ਨੰਬਰ ਤੇ ਸੀਗਾ। ਉਹਨਾਂ ਦੋਨਾਂ ਅਧਿਕਾਰੀਆਂ ਨੇ ਜਿਹੜੇ ਮੇਰੇ ਤੋਂ ਸੀਨੀਅਰ ਸੀਗੇ, ਜਿਹੜੇ ਇੰਚਾਰਜ ਸੀਗੇ, ਇੱਕ ਅੱਖਰ ਵੀ ਨਹੀਂ ਲਿਖਿਆ ਜੀ। ਮਤਲਬ ਉਹਨਾਂ ਦੀ ਵੀ ਤਾਂ ਜ਼ਿੰਮੇਵਾਰੀ ਉਹ ਨਹੀਂ ਬਣਦੀ ਸੀ ਨਾ, ਅੱਖਰ ਨਹੀਂ ਲਿਖਿਆ। ਉਹਨਾਂ ਦਾ ਕਹਿਣਾ ਕਿ ਇਹ ਜਿਹੜੀ ਸਿੱਟ ਹੈ, ਇਹ ਸਵਾਲਾਂ ਦੇ ਘੇਰੇ 'ਚ ਸਿੱਟਾਂ ਦੀ ਇਹ ਜਿਹੜੀ ਸਿੱਟ ਹੈ, ਜਿਹਨੇ ਕੁਝ ਨਹੀਂ ਕੀਤਾ, ਜਿਹੜੀ ਅਜੇ ਵੀ ਜਾਂਚ ਕਰ ਰਹੀ ਹੈ ਜੀ, ਇਹਨੂੰ ਬਦਲਿਆ ਜਾਣਾ ਚਾਹੀਦਾ। ਬਦਲ ਕੇ ਹੋਰ ਤੇ ਸਿੱਟ ਵੱਧੋ ਵੱਧ 3 ਮਹੀਨਿਆਂ 'ਚ ਆਪਣੀ ਰਿਪੋਰਟ ਦੇ ਸਕਦੀ ਜੀ। ਨਾਲ ਹੀ ਉਹਨਾਂ ਕਿਹਾ
कि जिहड़ी मैं रिपोर्ट पेश की है, जिहड़े मैं चलान पेश करता रहा, उन्हां 'च एक भी शब्द कि अज तक किसी ने नहीं कढ़िया भी यह शब्द गलत है जी। ये गल जिहड़ी है साबित होनी चाहिए। मैं चैलेंज करदा अज भी उन्हां कहा जी। सो इस करके उन्हां दी गल उन्हां नूं इह हैगा कि सैशन दे विच जे आखिरी दिन जिद्दण 3 अक्तूबर नूं होना ते उस दिन जिद्दण उन्हां नूं मौका मिलिया वो कहंदे मैं बाकी गल भी करांगा जी। भी कल भी उन्हां इहदे ते किहा सीगा पूरा मौका नहीं मिल सकिया उन्हां नूं गल रखण दा जी। हाँ जी, मेरा ख्याल किन्ना कुछ मौका मिलेगा पर वो लगातार ये मामला उठाउंदे आ रहे, उठाउंदे रहणगे। उन्हां दा कहना कि लोकां दी भावनावां नूं समझ रहे ने क्योंकि लोग भी चाहुंदे ने इस मसले ते जिहड़ी गल होवे जी। हाँ, उन्हां दा कहना कि मैं तां अपने वालों पूरा यतन कीता सीगा। उस समय सरकार ने उन्होंने चैलेंज नहीं किया, उन्होंने कैप्टन अमरिंदर सिंह दे उपर भी दोष लाए जी। मतलब उन्होंने सौं चुकी सीगी इंसाफ करांगे, इंसाफ अनसूफ कहंदे किसी ने नहीं किया, ना जिहड़ी अकाली बीजेपी की सरकार सी उन्हें किया, ना जिहड़ी कैप्टन अमरिंदर सिंह की सरकार आई उन्हें किया, ना उस तो बाद चन्नी साहब आए उन्होंने किया। ਤੇ ਲੋਕਾਂ ਨੂੰ ਆਸ ਸੀ ਹੁਣ ਨਵੀਂ ਸਰਕਾਰ ਚੁਣੀ ਸੀ ਤੇ ਹੁਣ ਵੇਖਦੇ ਆ ਜੀ ਨਵੀਂ ਸਰਕਾਰ ਕੀ ਕੁਝ ਕਰ ਪਾਉਂਦੀ ਹੈ। ਨਵੀਂ ਸਰਕਾਰ ਦੇ ਸਾਹਮਣੇ 2 ਸਿੱਟ ਦਾ ਮਾਮਲਾ ਜਿਹੜੀ ਕੁਮਰ ਵਿਜੇ ਪ੍ਰਤਾਪ ਨੇ ਕੱਲ ਹਾਊਸ ਦੇ ਵਿੱਚ ਬਿਆਨ ਦਿੱਤਾ ਉਹਨੂੰ ਜੇ ਦੇਖੀਏ ਉਹ ਐਲਕੇ ਜਾਦਵ ਵਾਲੀ ਜਿਹੜੀ ਸਿੱਟ ਆ ਉਹਦੇ ਤੇ ਕੁਐਸਚਨ ਉਠਾਉਂਦੇ ਜੀ। ਉਹ ਕਹਿੰਦੇ ਵੀ ਜਿਹੜਾ ਸੁਖਬੀਰ ਬਾਦਲ ਦੀ ਲੜਾਈ ਵੀ ਲੜ ਰਹੇ ਆ। ਨਹੀਂ ਉਹਨਾਂ ਕਹੇ ਸੁਖਬੀਰ ਬਾਦਲ ਉਹਨੇ ਜਦੋਂ ਪੇਸ਼ੀ ਤੇ ਗਏ ਜੀ ਉਹਨਾਂ ਨੂੰ ਜਿਹੜਾ ਸਵਾਲ ਪੁੱਛਣ ਦੀ ਥਾਂ ਤੇ ਪਕੌੜੇ ਖਵਾ ਕੇ ਤੋੜ ਦਿੱਤਾ ਗਿਆ ਤੇ ਕੀ ਇਹਦਾ ਨਤੀਜਾ ਕੀ ਨਿਕਲੇਗਾ ਜੀ। ਉਹ ਤਾਂ ਇਹਨੂੰ ਕੁਐਸਚਨ ਕਰਦੇ ਆ ਨਾ ਤੇ ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਆ ਇਹ ਸਰਕਾਰ ਨੂੰ ਦੇਣੇ ਪੈਣਗੇ ਜੀ। ਵੀ ਤੁਹਾਡੀ ਸਰਕਾਰ ਆ, ਆਮ ਆਦਮੀ ਪਾਰਟੀ ਦੀ, ਭਗਵੰਤ ਮਾਨ ਦੀ ਸਰਕਾਰ ਆ, ਇਹਨੂੰ ਜਵਾਬ ਦੇਣੇ ਪੈਣਗੇ ਵੀ ਇਹਦਾ ਨਤੀਜਾ ਕੀ ਨਿਕਲੇਗਾ। ਸੋ ਇਸ ਤਰੀਕੇ ਦੇ ਮਸਲੇ ਹੈਗੇ ਆ, ਇਹਦੇ ਦੇ ਉੱਪਰ ਮੈਨੂੰ ਲੱਗਦਾ ਕਿ ਅਜੇ ਜਿਹੜਾ ਹੋਰ ਖਲਾਰਾ ਪੈਣ ਦੀ ਸੰਭਾਵਨਾ ਹੈਗੀ ਆ। ਤੇ ਦੂਜੇ ਪਾਸੇ ਪੀੜਤ ਅੰਦੋਲਨ ਕਰ ਰਹੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ। ਜਿਹੜੇ ਬਰਗਾੜੀ ਵਾਲੇ ਆ 14 ਅਕਤੂਬਰ ਨੂੰ 7 ਸਾਲ ਪੂਰੇ ਹੋਏ, ਹਾਂਜੀ, ਬਾਈਬਲ ਕਲਾਂ ਵਾਲੇ ਆ ਜਿਹੜੇ ਉਹ ਵੀ ਮੰਗ ਕਰਦੇ, ਉਹ ਕਦੋਂ ਦੇ ਉੱਥੇ ਅੰਦੋਲਨ ਕਰੀ ਜਾਂਦੇ। ਸੋ ਇਹਦੇ ਨਾਲ ਜੋ ਕੁਮਰ ਵਿਜੇ ਪ੍ਰਤਾਪ ਕਹ ਰਹੇ ਹੋਰ ਖਲਾਰਾ ਪੈਣ ਦੀ ਸੰਭਾਵਨਾ ਹੈਗੀ ਆ। ਇਸ ਕਰਕੇ ਸਰਕਾਰ ਨੂੰ ਇਸ ਮੁੱਦੇ ਨੂੰ ਮਤਲਬ ਸੀਰੀਅਸਲੀ ਵਿਚਾਰਨਾ ਚਾਹੀਦਾ ਤੇ ਇਹਦੇ ਜੋ ਕੁਝ ਸਵਾਲ ਉਹ ਉਠਾਉਂਦੇ ਆ ਉਹਨਾਂ ਦਾ ਜਿਹੜਾ ਹੱਲ ਕਰਨਾ ਚਾਹੀਦਾ ਜੀ। ਦਰਸ਼ਕੋ ਅਸੀਂ ਜਾਣਕਾਰੀ ਦੇ ਦਿੰਦੇ ਆ, ਪਹਿਲਾਂ ਵੀ ਦੱਸ ਦਿੱਤਾ ਸੀ ਕਿ ਸੋਮਵਾਰ ਨੂੰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ। 2 ਵਜੇ ਤੋਂ ਬਾਅਦ ਜਿਹੜੀ ਕਾਰਵਾਈ ਹੋਵੇਗੀ ਸੋਮਵਾਰ ਨੂੰ ਆਪ ਜੀ ਦੇ ਨਾਲ ਫਿਰ ਜਿਹੜੀ ਜਾਣਕਾਰੀ ਸਾਂਝੀ ਕਰਾਂਗੇ। ਇਸ ਵੇਲੇ ਅਸੀਂ ਇਜਾਜ਼ਤ ਲੈਂਦੇ ਹਾਂ ਜੀ। ਧੰਨਵਾਦ, ਸ਼ੁਕਰਾਨੇ, ਸਤਿ ਸ਼੍ਰੀ ਅਕਾਲ ਜੀ। ਜੰਮੂ ਜੀ, ਸ਼ੁਕਰਾਨੇ ਜੀ।